10th क्लास साइंस चैप्टर 12 इलैक्ट्रिसिटी ਆ ਸਿੰਬਲਸ ਨੇ ਕੰਪੋਨੈਂਟਸ ਜਿਸ ਤਰ੍ਹਾਂ ਇਲੈਕਟ੍ਰਿਕ ਸੈੱਲ ਹੈ ਇਸ ਤਰ੍ਹਾਂ ਅਸੀਂ ਇਹਨੂੰ ਸ਼ੋ ਕਰਦੇ ਹਾਂ ਇੱਕ ਸੈੱਲ ਨੂੰ ਇੱਧਰ ਨੈਗੇਟਿਵ ਟਰਮੀਨਲ ਹੈ ਇੱਧਰ ਪੋਜ਼ਿਟਿਵ ਟਰਮੀਨਲ ਹੈ ਬੈਟਰੀ ਕੰਬੀਨੇਸ਼ਨ ਆਫ ਸੈੱਲ ਹੈ ਤਿੰਨ ਸੈੱਲ ਲੱਗੇ ਆ ਵਿੱਚੋਂ ਜੋੜੇ ਹੋਏ ਨੇ ਤਿੰਨ ਸੈੱਲ 1.5 ਤੇ 1.5 3 ਤੇ 1.5 4.5 ਵੋਲਟ 4.5 वोल्ट एक सेल 1.5 वोल्ट का होता है ये प्लग की जो ओपन है अगर बीच में ऐसे बिंदी लगा देंगे तो जो क्लोज सर्किट बन जाता है सर्किट चल रहा है। अब वायर जॉइंट है अगर वायर क्रॉस करनी तो ऐसे करते हैं। ये इलेक्ट्रिक बल्ब का सिंबल ये रजिस्टेंस है इसके बारे में पढ़ेंगे रजिस्टेंस किसे कहते हैं। ये वेरिएबल रजिस्टेंस जिस ऐसे एरो लगा देंगे तो इसका मतलब रजिस्टेंस की वैल्यू हम वेरी कर सकते हैं बढ़ा सकते हैं घटा सकते हैं। एमीटर का जे सिंबल है पॉजिटिव नेगेटिव वोल्ट मीटर का जे है। लो ओम्स लॉ समझने से पहले रजिस्टेंस के बारे में समझते हैं। तो देखिए व्हाट इज रजिस्टेंस। Resistance is defined as the property of conductor which opposes the flow of electric current। ਹੁਣ ਜਿਸ ਤਰ੍ਹਾਂ ਆ ਮੰਨ ਲਓ ਕੰਡਕਟਰ ਹੈ ਐਲੂਮੀਨੀਅਮ ਦਾ ਜਾਂ ਕਾਪਰ ਦਾ ਇਹਦੇ ਵਿੱਚ ਇਲੈਕਟ੍ਰੋਨ ਹੈ। ਹੁਣ ਇਹਦੀ ਆਪਣੀ ਵਿੱਚ ਰੈਜ਼ਿਸਟੈਂਸ ਵੀ ਹੁੰਦੀ ਹੈ। ਕੋਈ ਵੀ ਪਿਓਰ ਇਦਾਂ ਦਾ ਕੰਡਕਟਰ ਨਹੀਂ ਜਿਸ ਦੀ ਰੈਜ਼ਿਸਟੈਂਸ ਨਹੀਂ ਹੋਏਗੀ। ਥੋੜੀ ਬਹੁਤ ਰੈਜ਼ਿਸਟੈਂਸ ਹਰ ਇੱਕ ਕੰਡਕਟਰ ਦੀ ਹੁੰਦੀ ਹੈ। ਕੋਈ ਵੀ ਸੁਪਰ ਕੰਡਕਟਰ ਨਹੀਂ ਮੰਨਿਆ ਜਾਂਦਾ। ਹੁਣ ਜਦੋਂ ਇਲੈਕਟ੍ਰੋਨ ਇਹ 'ਚ ਫਲੋ ਕਰਦੇ ਆ ਤੇ ਇਹ ਕੰਡਕਟਰ ਦੀ ਆਪਣੀ ਪ੍ਰੋਪਰਟੀ ਹੈ ਕਿ ਇਹਨਾਂ ਇਲੈਕਟ੍ਰੋਨਸ ਨੂੰ ਇਹਨਾਂ ਜਿਹੜੇ ਚਾਰजेस ਫਲੋ ਕਰ ਰਹੇ ਨੇ ਇਹਨਾਂ ਨੂੰ ਅਪੋਜ਼ ਕਰਨਾ ਦੈਟ ਇਜ਼ ਕਾਲਡ ਰੈਜ਼ਿਸਟੈਂਸ। ਕਹਿਣ ਦਾ ਮਤਲਬ ਅਗਰ ਇੱਧਰ ਸਪਲਾਈ ਮੈਂ 5 ਵੋਲਟ ਦੀ ਦਿੰਨਾ ਤੇ ਕੋਈ ਜ਼ਰੂਰੀ ਨਹੀਂ ਵੀ ਇੱਥੇ 5 ਵੋਲਟ ਹੀ ਮੈਨੂੰ ਮਿਲਣਗੇ ਸਪਲਾਈ ਦੇ ਪੋਟੈਂਸ਼ੀਅਲ ਡਿਫਰੈਂਸ ਦੇ। ਕਹਿਣ ਦਾ ਮਤਲਬ ਜਿੰਨਾ ਕਰੰਟ ਇੱਥੇ ਫਲੋ ਕਰ ਰਿਹਾ ਇੱਥੇ ਅੱਗੇ ਥੋੜੇ ਉਹਦੇ ਰੈਜ਼ਿਸਟੈਂਸ ਕਰਕੇ ਉਹਦੇ ਵਿੱਚ ਫਰਕ ਪਏਗਾ ਘਟੇਗਾ। यूनिट ऑफ resistance is ohm and symbol of resistance is ohm। आ ohm ਦਾ symbol ਹੈ ਇਦਾਂ ਆਪਾਂ denote ਕਰ ਦਿੰਨੇ ਇਦਾਂ ਆ ਇਸ ਤਰ੍ਹਾਂ। variable resistance a device is often used to change the resistance in the electric circuit called rheostat। ਜਿਹੜੀ ਡਿਵਾਈਸ ਯੂਜ਼ ਕਰਦੇ ਆ ਜਿਹਦੇ ਚ ਰੈਜ਼ਿਸਟੈਂਸ ਚੇਂਜ ਹੋ ਜਾਂਦੀ ਆ ਉਹਦਾ ਨਾਮ ਹੈ ਰਿਓਸਟੇਟ। ਇਹ ਤੁਸੀਂ ਲੈਬ 'ਚ ਦੇਖਿਆ ਹੋਣਾ। कहने का मतलब रियोस्टेट इज द वेरिएबल रजिस्टेंस। ओम्स लॉ लो पहला डेफिनेशन देखिए द पोटेंशियल डिफरेंस अक्रॉस द एंड्स ऑफ अ गिवन मैटेलिक वायर। आ मान लो मैटेलिक वायर ये इर्द गिर्द जोड़ा इलैक्ट्रिक इन्ना इलैक्ट्रिक सर्किट दे विच इज डायरैक्टली प्रपोर्शनल टू द करंट। ਜਿਹੜਾ पोटेंशियल डिफरेंस ਇਹਦੇ 'ਚ ਫਲੋ ਕਰਦਾ ਤੇ ਇਲੈਕਟ੍ਰਿਕ ਕਰੰਟ ਇਹ ਦੋਨੋਂ ਇੱਕ ਦੂਜੇ ਦੇ ਪ੍ਰੋਪੋਰਸ਼ਨਲ ਹੈ। flowing proportional to the current flowing through it provided its temperature means constant। ਕਹਿਣ ਦਾ ਮਤਲਬ ਸਰਕਟ ਦਾ ਜਿਹੜਾ ਟੈਂਪਰੇਚਰ ਉਹ ਫਿਕਸ ਰਹਿਣਾ ਚਾਹੀਦਾ ਹੈ। ਉਹ ਸਰਕਟ ਅੱਗੇ ਦੇਖਦੇ ਆ ਇਹਦਾ ਮਤਲਬ ਕੀ ਹੋਗਾ V is directly proportional to I। ਪ੍ਰਪੋਰਸ਼ਨੈਲਿਟੀ ਦਾ ਕਰਨ ਸਾਈਨ ਹਟਾਉਂਦੇ ਤਾਂ ਉਹ ਦੈਟ ਇਜ਼ ਆਰ। ਆਰ ਇਜ਼ ਦਾ ਕੌਂਸਟੈਂਟ ਆਫ ਪ੍ਰਪੋਰਸ਼ਨੈਲਿਟੀ। ਵੀ ਬਰਾਬਰ ਆਈ ਆਰ ਆ ਗਿਆ ਤੇ ਆਰ ਇਜ਼ ਕਾਲਡ ਇਹਨੂੰ ਅਗਰ ਆਈ ਨੀਚਲੇ ਤਾਂ ਵੀ ਬਟਾ ਆਈ ਇਕੁਅਲ ਟੂ ਆਰ ਵੀ ਲਿਖ ਸਕਦੇ ਵੇਅਰ ਆਰ ਇਜ਼ ਅ ਕੌਂਸਟੈਂਟ ਕਾਲਡ ਰੈਜ਼ਿਸਟੈਂਸ। ਜਿਹੜਾ ਕੌਂਸਟੈਂਟ ਉਹਨੂੰ ਕਹਿੰਦੇ ਆ ਰੈਜ਼ਿਸਟੈਂਸ। ਲਓ ਹੁਣ ਸਮਝੀਏ ਇੱਥੇ ਹੁਣ ਜਿਹੜਾ ਆ ਵੋਲਟੇਜ ਆ ਹੈ ਪੋਟੈਂਸ਼ੀਅਲ ਡਿਫਰੈਂਸ ਆ ਲਗਾਈਏ ਨਾਈਕ੍ਰੋਮ ਦੀ ਤਾਰ ਆ। ਨਾਈਕ੍ਰੋਮ ਦੀ ਤਾਰ ਦਾ ਤੁਹਾਨੂੰ ਪਤਾ ਹੀ ਹੈ ਕਾਦੀ ਬਣੀ ਹੁੰਦੀ ਹੈ। ਨਾਈਕ੍ਰੋਮ ਦੀ ਤਾਰ ਹੀਟਿੰਗ ਐਲੀਮੈਂਟਸ ਦੇ ਵਿੱਚ ਵਰਤੀ ਜਾਂਦੀ ਹੀਟਰਸ ਦੇ ਵਿੱਚ। ਇਹਦੇ 'ਚ 80% ਨਿਕਲ ਲਗਭਗ 20% ਕ੍ਰੋਮੀਅਮ ਤੇ ਕੁਝ % ਮੈਗਨੀਜ਼ ਤੇ ਕੁਝ % ਆਇਰਨ ਮਿਕਸ ਹੁੰਦਾ ਹੈ। ਇਹਦੇ ਨਾਲ ਕੀ ਇਹਦੀ ਰੈਜ਼ਿਸਟੈਂਸ ਜ਼ਿਆਦਾ ਵੱਧ ਜਾਂਦੀ ਹੈ। ਉਹਦੇ ਨਾਲ ਫਿਰ ਇਹ ਹੀਟ ਹੋ ਕੇ ਸਾਨੂੰ ਹੀਟਿੰਗ ਇਫੈਕਟ ਦਿੰਦੀ ਹੈ ਕਿਉਂਕਿ ਇਹਦਾ ਹਾਈ ਮੈਲਟਿੰਗ ਪੁਆਇੰਟ ਵੀ ਹੁੰਦਾ। ਇਹ ਐਲੋਏ ਬਣ ਗਿਆ। ਜਦੋਂ ਵੱਖਰੀਆਂ ਵੱਖਰੀਆਂ ਮੈਟਲਸ ਮਿਕਸ ਕਰਕੇ ਆਪਾਂ ਇੱਕ ਨਵਾਂ ਮੈਟਲ ਤਿਆਰ ਕਰਦੇ ਉਹਨੂੰ ਆਪਾਂ ਐਲੋਏ ਕਹਿੰਦੇ ਆ। ਇੱਕ ਵੱਖਰਾ ਜਿਹੜਾ ਉਹ ਸਬਸਟੈਂਸ ਬਣਦਾ ਦੈਟ ਇਜ਼ ਕਾਲਡ ਐਲੋਏ। ਲੋ ਇਹ ਪ੍ਰੈਕਟੀਕਲ ਹੈ। ਹੁਣ ਇੱਥੇ ਇੱਕ ਵਾਰੀ ਫਿਰ ਸਮਝ ਲਓ ਜਿਉਂ ਜਿਉਂ ਮੈਂ ਇੱਥੇ ਪੋਟੈਂਸ਼ੀਅਲ ਡਿਫਰੈਂਸ ਇੱਥੋਂ ਵਧਾਊਂਗਾ ਬੈਟਰੀ ਦੇ ਨਾਲ ਪਹਿਲਾਂ 2 ਸੈੱਲ ਆਏ 4 6 8 ਤੇ ਉਹਦੇ ਨਾਲ ਹੀ ਕਰੰਟ ਵੀ ਨਾਲ ਵਧੇਗਾ ਕਿਉਂਕਿ ਆਪਾਂ ਪੜਿਆ ਓਮਸ ਲਾ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਰੰਟ। ਲੋ ਪ੍ਰੈਕਟੀਕਲ ਇਹ ਮੈਂ ਰਫ ਰੀਡਿੰਗਸ ਲਈਆਂ ਤੁਹਾਨੂੰ ਸਮਝਾਉਣ ਲਈ। ਨੰਬਰ ਆਫ ਸੈਲਸ
ਇਹ ਤੁਹਾਡੀ ਫਿਗਰ ਦੇ ਵਿੱਚ ਟੇਬਲ ਬਣਿਆ। ਕਰੰਟ ਥਰੂ ਨਾਈਕ੍ਰੋਮ ਵਾਇਰ I, ਪੋਟੈਂਸ਼ੀਅਲ ਡਿਫਰੈਂਸ ਥਰੂ ਨਾਈਕ੍ਰੋਮ ਵਾਇਰ ਤੇ V/I। ਇਹ ਰੇਸ਼ੋ ਕੱਢ ਲਾਂਗੇ। 2 ਸੈੱਲ, 4 ਸੈੱਲ, 6 ਸੈੱਲ, 8 ਸੈੱਲ। 2 ਸੈੱਲਾਂ ਹੁੰਦੇ 3 ਵੋਲਟ ਦੇ, 1.5 3, 4 ਸੈੱਲ ਹੋ ਗਏ 6 ਵੋਲਟ ਦੇ, 6 ਸੈੱਲ ਹੋ ਗਏ 9 ਵੋਲਟ ਦੇ, 8 ਸੈੱਲ ਹੋ ਗਏ 12 ਵੋਲਟ ਦੇ। ਲੋ ਪਹਿਲਾਂ 2 ਵੋਲਟ ਦੇ ਸੈੱਲ ਲਾਂਗੇ। ਕਹਿਣ ਦਾ ਮਤਲਬ ਕਨੈਕਸ਼ਨ ਮੈਂ ਇੱਥੋਂ ਇਹਦੇ ਨਾਲ ਜੋੜ ਦੂੰਗਾ। ਇੱਥੇ ਜਿਹੜਾ ਟਰਮੀਨਲ ਹੋਏਗਾ ਨੈਗੇਟਿਵ ਟਰਮੀਨਲ। ਹੁਣ ਇੱਕ ਗੱਲ ਯਾਦ ਰੱਖਣੀ ਹੈ, ਜਿਹੜੇ ਕਨੈਕਸ਼ਨ ਲਾਣੇ ਆ, ਜਿਹੜਾ ਵੋਲਟਮੀਟਰ ਉਹ ਪੈਰਲਲ ਚ ਲਗਾਉਣਾ। ਜ਼ਿਆਦਾ ਪੈਰਲਲ ਦੇ ਵਿੱਚ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਸੇਮ ਰਹਿੰਦਾ, ਤੇ ਐਮੀਟਰ ਨੂੰ ਸੀਰੀਜ਼ ਚ ਲਗਾਉਣਾ, क्योंकि करंट सीरीज ਦੇ ਵਿੱਚ एक जैसा रहता है। ये क्लोज्ड सर्किट है, सर्किट को क्लोज कर दिया। 2 वोल्ट की हमने बैटरी लगा दी, जो मैंने रीडिंग नोट की, जहाँ तो 2 वोल्ट आ गई क्योंकि 2 वोल्ट की लगाई थी। माइनर सा फर्क पड़ेगा ही। आगे एमीटर, एमीटर की रीडिंग इसने शो की है 0.5 एम्पियर। ये मैंने वैसे ही फिगर्स लिए आपको समझाने के लिए। अगर 6 वोल्ट, अब मैंने 6 वोल्ट की ली बैटरी, जहाँ 6 वोल्ट करते हैं, जहाँ थोड़ा ठीक कर लें। लो पहले 3 वोल्ट था ना, 1.5 3 वोल्ट बने। 3 वोल्ट से जो रीडिंग आई थी वो 0.5 एम्पियर एमीटर से। तो जब 6 वोल्ट की लगाए, 2 सेल मैंने और बढ़ा दिए, तो 6 वोल्ट जहाँ से कनेक्शन जोड़ दिया इसके साथ, तो फिर रीडिंग आई 1 एम्पियर। जब 9 वोल्ट कर दिए, जहाँ से कनेक्शन जोड़े इसके साथ, तो 1.5 एम्पियर। जब 12 वोल्ट जोड़े पूरे, जहाँ तक कितने 8 सेल है ना, तो रीडिंग आई 2 एम्पियर। अब इनकी रेशो जो निकाली 3/0.5, तो 6 आ गई। 6/1 6, 9/1.5 भी 6 आ गई। 12/2 = 6। इसका मतलब ये हो, जो रेशो बिटवीन वोल्टेज एंड करंट दैट रिमेन्स कांस्टेंट, कांस्टेंट ही रहती है। कहने का मतलब वोल्टेज इंक्रीज करने के साथ करंट भी इंक्रीज होता है। पोटेंशियल डिफरेंस, वोल्टेज को ही पोटेंशियल डिफरेंस कहते हैं। पोटेंशियल डिफरेंस और करंट की रेशो हमेशा कांस्टेंट रहती है इन अ सर्किट। जैसे जहां हम चेक कर रहे थे, नाइक्रोम वायर के इर्द गिर्द हमने ये वोल्टमीटर लगाया था। तो एक तरीका तो ये है कि हम जहाँ बैटरी से ऐसे 3 वोल्ट, 6 वोल्ट, 9 वोल्ट, 12 वोल्ट ऐसे सेल पोटेंशियल डिफरेंस चेंज कर ले सेलों से। तो दूसरा है जहाँ हम रियोस्टेट भी लगा सकते हैं। जहाँ रियोस्टेट की वैल्यू चेंज करेंगे तो रेजिस्टेंस बदलेगी, तो जहाँ वोल्टेज और करंट की वैल्यू भी जहाँ चेंज होगी, तो रेशो फिर बराबर ही आएगी। ये था ओम्स लॉ। अब जो ये रीडिंग्स ली है, हम इसका ग्राफ बनाते हैं भी। V और I में कैसा ग्राफ बनेगा पोटेंशियल डिफरेंस और करंट में। ये आपने ग्राफ पेपर ले लेना ऐसे। एक्स एक्सिस आपको पता ही, इधर वाई एक्सिस होते हैं। इधर करंट I इन एम्पियर्स, इधर लिख दिया पोटेंशियल डिफरेंस V इन वोल्ट्स। ठीक है। अब जहां मैंने 0.5 10 के निशान छोड़ लिए, 0.5 1 1.5 2 3 6 9 12, ये ग्राफ इजी बन जाता है। अगर 10 के आप बॉक्सेस लेते हैं ना, तो अब हम जहां से पॉइंट लगाएंगे, पहला 0.5 ते 3 है, ये पॉइंट लग गया 0.5 और 3 का। 1 एम्पियर और 6 का जे पॉइंट लग गया। 1.5 और 9 का 1.5 9 का जे पॉइंट लग गया। आगे 2 और 12 वोल्ट, 2 एम्पियर और 12 वोल्ट, 2 एम्पियर ते 12 वोल्ट जे पॉइंट लग गया। अब इनको मिला देते हैं तो स्ट्रेट लाइन का ग्राफ बनेगा। तो आप देख रहे हैं ये स्ट्रेट लाइन का ग्राफ बन गया। ये बताता है कि वोल्टेज इज डायरेक्टली प्रोपोर्शनल टू करंट, पोटेंशियल डिफरेंस इज डायरेक्टली प्रोपोर्शनल टू करंट।